जय मसीह दी सारिਆਂ ਨੂੰ। आइए अज का वचन करने हैं शुरू। लूका दी किताब 15 अध्याय ਉਹਦਾ 11 और 12 मैं पढ़ूँगा, तो ये अपनी बाइबल में पढ़ लो। फिर उसने कहा, किसी मनुष्य के 2 पुत्र थे। उनमें से छोटे ने पिता से कहा कि है पिता, संपत्ति में से जो भाग मेरा हो वह मुझे दे दिया जाए। और उसने उसे अपनी संपत्ति में से बटोर दिया। पढ़े गए वचन ते प्रभु सानू आशीष करे, हर नाल गल करे। आइए छोटी जी प्रार्थना करने हैं। प्यारे प्रभु जी, धन्यवाद स्तुति और बड़ाई के साथ आपके चरणों में आके झुक जाके के धन्यवाद प्रणाम करता हूँ। समय दिया उसके लिए भी धन्यवाद देता हूँ प्रभु जी। दया करके सहायता और मदद करें प्रभु जी। आप ही हमसे बात करें प्रभु जी, और अपना महिमा करने के लिए इस्तेमाल करें प्रभु जी। मैं भी अपनी बुद्धि और ज्ञान के साथ नहीं प्रभु जी, पवित्र आत्मा से भर के प्रभु जी बोलने के लिए सहायता और मदद करें। हमारी प्रार्थना विनती को प्रभु यीशु मसीह के नाम से मांगता हूँ, आमीन। आज मैं लूका दी किताब 15 अध्याय ਉਹਦਾ 11 ਤੋਂ ਲੈ ਕੇ 32 तक ਅਸੀਂ ਧਿਆਨ ਕਰਨ ਵਾਲੇ ਹਾਂਗੇ। ਮੇਰੇ ਕੋਲ ਟਾਈਮ ਨਹੀਂ ਆ, ਮੈਂ ਇਸ ਕਰਕੇ ਵਚਨ ਸਿਰਫ 1 और 2 ਪੜ੍ਹੇ ਹੈਗੇ। ਤੁਸੀਂ ਇਹਨੂੰ ਪੂਰਾ ਪੜ੍ਹ ਸਕਦੇ ਜੇ। ਤੇ ਵਚਨ लूका ਦੀ किताब 15 अध्याय ਉਹਦੇ 10 ਵਿੱਚ ਲਿਖਿਆ ਵਾ कि मैं तुमसे कहता हूँ कि इसी रीति से एक मन फिराने वाले पापी के विषय में परमेश्वर के सरदूतों के सामने आनंदित होते हैं। ਜਦੋਂ ਕੋਈ ਪਾਪੀ ਜਾਂ ਪਾਪ ਕਰਨ ਦੇ ਬਾਅਦ ਜਦੋਂ ਆਪਣਾ ਮਨ ਫਿਰਾ ਲੈਂਦਾ ਵਗਾ, ਪ੍ਰਭੂ ਯਿਸੂ ਮਸੀਹ ਕੋਲ ਆ ਜਾਂਦਾ ਵਗਾ, ਉਦੋਂ ਅਸੀਂ ਇੱਥੇ ਤੇ ਖੁਸ਼ੀ ਉਹਦੇ ਵਾਸਤੇ ਮਨਾਉਂਦੇ ਆ। ਪਰ ਵਚਨ ਵਿੱਚ ਲਿਖਿਆ ਵਾ ਕਿ ਸਵਰਗ ਵਿੱਚ ਵੀ ਸਵਰਗਦੂਤਾਂ ਦੇ ਨਾਲ ਯਿਸੂ ਮਸੀਹ ਵੀ ਸਾਡੇ ਵਾਸਤੇ ਉਹੋ ਹੀ ਖੁਸ਼ੀ ਮਨਾਉਂਦਾ ਵਗਾ। ਕਈ ਲੋਕ ਹੈਗੇ ਇਹੋ ਜਿਹੇ ਜਿਹੜੇ ਪ੍ਰਭੂ ਯਿਸੂ ਮਸੀਹ ਨੂੰ ਛੱਡ ਕੇ, ਪ੍ਰਭੂ ਯਿਸੂ ਮਸੀਹ ਦੀ ਹਜ਼ੂਰੀ ਨੂੰ ਛੱਡ ਕੇ ਦੂਰ ਹੋ ਕੇ ਪਰਮੇਸ਼ਵਰ ਤੋਂ ਦੂਰ ਜਦੋਂ ਹੋ ਜਾਂਦੇ ਆ, ਉਦੋਂ ਉਹਨਾਂ ਦੀ ਲਾਈਫ ਵਿੱਚ ਦੁੱਖ ਔਰ ਤਕਲੀਫੇ ਜੋ ਹੈ ਇੰਨੀਆਂ ਭਰ ਜਾਂਦੀਆਂ ਵਾ ਕਿ ਉਹ ਫਿਰ ਪਰਮੇਸ਼ਵਰ ਕੋ ਦੂਰ ਹੋ ਜਾਂਦੇ ਆ, ਔਰ ਸ਼ੈਤਾਨ ਉਹਨਾਂ ਨੂੰ ਦੂਰ ਕਰ ਦਿੰਦਾ ਵਗਾ ਉਹਨਾਂ ਦੇ ਦੁੱਖ ਔਰ ਤਕਲੀਫਾਂ ਵਿੱਚ। ਕਈ ਲੋਕੀ ਸ਼ਰਮ ਦੇ ਮਾਰੇ ਫਿਰ ਵਾਪਸ ਵੀ ਨਹੀਂ ਆਉਂਦੇ ਪ੍ਰਭੂ ਯਿਸੂ ਮਸੀਹ ਕੇ ਕੋਲ ਕਿ ਲੋਕੀ ਸਾਨੂੰ ਕੀ ਆਖਣਗੇ। ਪਹਿਲੋਂ ਹੀ ਚੰਗੇ ਵਿਸ਼ਵਾਸੀ ਹਾਂ, ਜਦੋਂ ਇਹ ਵਿਸ਼ਵਾਸੀ ਹਾਂ ਤੇ ਸਾਰੇ ਜਾਣੇ ਸਾਡੇ ਨਾਲ ਹੀ, ਜਦੋਂ ਇਹ ਪ੍ਰਭੂ ਯਿਸੂ ਮਸੀਹ ਨੂੰ ਧੋਖਾ ਦਿੱਤਾ, ਉਹ ਫਿਰ ਪ੍ਰਭੂ ਯਿਸੂ ਮਸੀਹ ਦੇ ਲੋਕਾਂ ਨੂੰ ਧੋਖਾ ਦਿੱਤਾ। ਜਦੋਂ ਅਸੀਂ ਆਪਣੀ ਗਲਤੀ ਮੰਨ ਲੈਂਦੇ ਆ, ਤੇ ਕਈ ਲੋਕੀ ਜਦੋਂ ਗਲਤੀ ਮੰਨ ਵੀ ਲੈਂਦੇ ਆ ਪਰ ਵਾਪਸ ਨਹੀਂ ਗਏ ਆਉਂਦੇ। ਉਹ ਉਹਨਾਂ ਨੂੰ ਸ਼ੈਤਾਨ ਫੜ ਕੇ ਰੱਖਦਾ ਵਾ, ਉਹਨਾਂ ਦੇ ਦਿਲ ਵਿੱਚ ਉਹ ਗੱਲ ਲਾ ਕੇ ਰੱਖਦਾ ਵਾ ਸ਼ੈਤਾਨ ਕਿ ਤੁਸੀਂ ਵਾਪਸ ਨਾ ਚਲ ਜਿਓ, ਤੁਹਾਡੀ ਬੇਇੱਜ਼ਤੀ ਹੋ ਜਾਣੀ ਆ, ਤੁਹਾਨੂੰ ਉਹ ਕੁਛ ਹੋ ਜਾਣਾ ਵਾ। ਪਰ ਵਚਨ ਕਹਿੰਦਾ ਵਾ ਜਦੋਂ ਮਨ ਫਿਰਾ ਕੇ ਕੋਈ ਵੀ ਵਾਪਸ ਆਉਂਦਾ ਵਗਾ, ਉਦੋਂ ਸਰਗਦੂਤ ਵੀ ਮਿਲ ਕੇ ਖੁਸ਼ੀ ਮਨਾਉਂਦੇ ਹੈਗੇ ਸਵਰਗ ਵਿੱਚ ਪ੍ਰਭੂ ਯਿਸੂ ਮਸੀਹ ਦੇ ਨਾਲ। ਅੱਜ ਅਸੀਂ ਇੱਕ ਕਹਾਣੀ ਇਹੋ ਜਿਹੀ ਵੇਖਾਂਗੇ ਜਿਹੜੀ ਕਈ ਕਹਾਣੀਆਂ ਕਈ ਵਾਰੀ ਅਸੀਂ ਬਚਪਨ ਤੋਂ ਲੈ ਕੇ ਅੱਜ ਤੱਕ ਸੁਣਦੇ ਆਏ ਆ। ਇਹ ਸਾਨੂੰ ਸਾਰਿਆਂ ਨੂੰ ਪਤਾ ਵਾ, ਕ੍ਰਿਸਚਨਾਂ ਭੈਣਾਂ ਨੂੰ ਤੇ ਭਰਾਵਾਂ ਨੂੰ ਵੀ। ਕਈ ਵਾਰੀ ਇਹ ਕਹਾਣੀਆਂ ਅਸੀਂ ਪਾਸਟਰਾਂ ਕੋਲ ਸੁਣੀਆਂ, ਕਦੀ ਜਦੋਂ ਸਾਡੇ ਘਰ ਮੀਟਿੰਗਾਂ ਹੁੰਦੀਆਂ ਉਦੋਂ ਵੀ ਇਹ ਕਹਾਣੀ ਸੁਣੀ ਆ। ਕਦੀ ਅਸੀਂ ਵੀ ਬਾਈਬਲ ਦੇ ਵਚਨ ਜਦੋਂ ਪੜ੍ਹਨੇ ਹੈਗੇ ਤਾਂ ਅਸੀਂ ਵੀ ਕਈ ਵਾਰੀ ਇਹ ਵਚਨਾਂ ਨੂੰ ਪੜ੍ਹਿਆ ਹੋਊਗਾ। ਅੱਜ 15 ਅਧਿਆਏ ਉਹਦਾ 11 ਆਇਤ ਤੋਂ ਲੈ ਕੇ 32 ਤੱਕ ਮੈਂ ਵੇਖਣ ਵਾਲੇ ਹੈਗੇ। ਤੁਸੀਂ ਵੀ ਆਪਣੀ ਬਾਈਬਲ ਵਿੱਚ ਧਿਆਨ ਕਰੋ। ਇੱਕ ਮਨੁੱਖ ਹੀ ਉਹਦੇ 2 ਪੁੱਤਰ ਹੀਗੇ। ਇੱਕ ਪੁੱਤਰ ਵੱਡਾ ਔਰ ਇੱਕ ਪੁੱਤਰ ਛੋਟਾ। ਪਰ ਉਹਦਾ ਜਿਹੜਾ ਪਿਤਾ ਹੀਗਾ ਉਹ ਜਿਹੜਾ ਹੀ ਦੋਵਾਂ ਨੂੰ ਇੱਕ ਸਮਾਨ ਪਿਆਰ ਕਰਦਾ ਹੀਗਾ, ਔਰ ਨਾ ਹੀ ਉਹਨਾਂ ਨੇ ਉਹ ਦੋਵਾਂ ਵਿੱਚੋਂ ਕਦੀ ਇੱਕ ਨੂੰ ਜ਼ਿਆਦਾ ਇੱਕ ਨੂੰ ਘੱਟ ਉਹਨੇ ਨਹੀਂ ਕੀਤਾ ਹੈ। ਉਹ ਬਹੁਤ ਹੀ ਖੁਸ਼ ਰਹਿੰਦੇ ਸੀਗੇ ਔਰ ਬਹੁਤ ਹੀ ਵਧੀਆ ਰਹਿੰਦੇ ਸੀਗੇ। ਔਰ ਜਦੋਂ ਆਪਣੇ ਪਿਤਾ ਦੇ ਨਾਲ ਉਹ ਨਿਆਣੇ ਰਹਿੰਦੇ ਸੀ ਤੇ ਨਿਆਣਿਆਂ ਨੂੰ ਕਦੀ ਵੀ ਕੋਈ ਵੀ ਕਮੀ ਘਟੀ ਨਹੀਂ ਹੁੰਦੀ। ਕੋਈ ਵੀ ਚੀਜ਼ ਦੀ ਜ਼ਰੂਰਤ ਹੁੰਦੀ ਸੀ ਤੇ ਆਪਣੇ ਪਿਤਾ ਨੂੰ ਆ ਕੇ ਉਹ ਪੁੱਛਦੇ ਸੀਗੇ, ਪਿਤਾ ਜੀ ਮੈਨੂੰ ਆਹ ਚਾਹੀਦਾ ਵਾ, ਉਹ ਚਾਹੀਦਾ ਵਾ, ਆਹ ਲੈਣਾ ਵਾ, ਉਹ ਲੈਣਾ ਵਾ। ਜਦੋਂ ਪਿਤਾ ਨੂੰ ਪੁੱਛਦੇ ਸੀ ਨਿਆਣੇ ਆ ਕੇ
ਉਦੋਂ ਉਹਨਾਂ ਦਾ ਪਿਤਾ ਉਹਨਾਂ ਨੂੰ ਦਿਲ ਖੋਲ੍ਹ ਕੇ ਦਿੰਦਾ ਹੈਗਾ, ਵੱਡੇ ਨੂੰ ਵੀ ਅਤੇ ਛੋਟੇ ਨੂੰ ਵੀ। ਉਹਦਾ ਪਿਆਰ ਜਿਹੜਾ ਪਿਤਾ ਦਾ ਪਿਆਰ ਹੈਗਾ ਉਹ ਦੋਨਾਂ ਵਾਸਤੇ ਇੱਕੋ ਸਮਾਨ ਹੈਗਾ, ਔਰ ਨਾ ਹੀ ਉਹ ਕਦੀ ਬਦਲਣ ਵਾਲਾ ਹੈ। ਜਦੋਂ ਛੋਟਾ ਉਹਨਾਂ ਦਾ ਮੁੰਡਾ ਜਦੋਂ ਥੋੜ੍ਹਾ ਜਿਹਾ ਵੱਡਾ ਹੋਇਆ, ਉਦੋਂ ਉਹ ਸਿਆਣਾ ਹੋ ਗਿਆ। ਸਿਆਣਾ ਹੋਣ ਦੇ ਬਾਅਦ ਉਹ ਆਪਣੇ ਪਿਤਾ ਕੋ ਆ ਕੇ ਆਖਣ ਲੱਗ ਗਿਆ ਕਿ ਪਿਤਾ, ਜਿਹੜੀ ਮੇਰੀ ਕੁੰਜੀ ਹੈਗੀ, ਜਿਹੜਾ ਮੇਰਾ ਹਿੱਸੇ ਵਿੱਚ ਮੇਰਾ ਆਉਂਦਾ ਵਗਾ, ਉਹ ਮੈਨੂੰ ਹੁਣ ਦੇ। ਮੈਂ ਇੱਥੋਂ ਦੂਰ ਜਾ ਕੇ ਉੱਥੇ ਕੋਈ ਵਪਾਰ ਸ਼ੁਰੂ ਕਰੂੰਗਾ ਔਰ ਆਪਣਾ ਕੰਮ ਖੁਦ ਕਰੂੰਗਾ। ਉਹਦਾ ਪਿਤਾ ਉਹਨੂੰ ਬੜਾ ਸਮਝਾਉਂਦਾ ਵਾ, ਨਹੀਂ ਮੇਰੇ ਬੇਟੇ, ਮੇਰੇ ਕੋਲ ਰਹਿ, ਤੁਸੀਂ ਦੋਵੇਂ ਜਿਹੜੇ ਮੁੰਡੇ ਹੈਗੇ ਉਹ ਮੇਰੇ ਹੈਗੇ, ਮੈਂ ਤੁਹਾਨੂੰ ਦੋਵਾਂ ਨੂੰ ਬਹੁਤ ਪਿਆਰ ਕਰਨਾ ਵਾ, ਜੋ ਕੁਛ ਮੇਰਾ ਵਾ ਉਹ ਤੁਹਾਡੇ ਦੋਵਾਂ ਦਾ ਹੀ ਆ, ਫਿਰ ਤੂੰ ਕਿਉਂ ਦੂਰ ਜਾਣਾ ਵਾ? ਸਾਡੇ ਇੱਥੇ ਕੋਈ ਕਮੀ ਘਟੀ ਹੈਗੀ, ਤੈਨੂੰ ਕੋਈ ਚੀਜ਼ ਦੀ ਕੋਈ ਲੋੜ ਹੋਈ ਆ, ਅੱਜ ਤੱਕ ਹੋਇਆ ਵਾ ਕਿ ਮੈਂ ਤੈਨੂੰ ਨਾ ਦਿੱਤਾ ਹੋਇਆ, ਫਿਰ ਤੂੰ ਕਿਉਂ ਦੂਰ ਜਾਣਾ ਚਾਹੁੰਦਾ ਵਾ? ਲੇਕਿਨ ਫਿਰ ਵੀ ਆਪਣੀ ਜਿੱਦ 'ਤੇ ਅੜਿਆ ਰਿਹਾ ਉਹ ਛੋਟਾ ਮੁੰਡਾ, ਔਰ ਕਹਿਣ ਡੈ ਪਿਆ ਆਪਣੇ ਪਿਤਾ ਨੂੰ ਕਹਿਣ ਡੈ ਪਿਆ ਕਿ ਮੈਨੂੰ ਮੇਰਾ ਜੋ ਕੁਛ ਵੀ ਮੇਰਾ ਹੱਕ ਹੈਗਾ, ਮੇਰਾ ਜਿਹੜਾ ਭਾਗ ਆ ਉਹ ਮੈਨੂੰ ਦੇ ਦਿਓ, ਮੈਂ ਇੱਥੋਂ ਚੱਲ ਜਾਣਾ ਵਾ, ਦੂਰ ਦੇਸ਼ ਜਾ ਕੇ ਆਪਣਾ ਬਿਜ਼ਨਸ ਸ਼ੁਰੂ ਕਰੂੰਗਾ। ਤਾਂ ਉਹਦੇ ਪਿਤਾ ਨੇ ਉਹਨੂੰ ਕਈ ਸਮਝਾਇਆ ਕਿ ਨਾ ਲੈ, ਨਾ ਆਪਣਾ ਭਾਗ ਲੈ, ਇੱਥੇ ਰਹਿ, ਮਿਲ ਕੇ ਰਹਿੰਦੇ ਆ, ਪਰ ਉਹ ਨਹੀਂ ਸੁਣਿਆ ਔਰ ਆਪਣੇ ਪਿਤਾ ਦੀ ਗੱਲ ਨਹੀਂ ਮੰਨੀ, ਔਰ ਆਪਣਾ ਜੋ ਕੁਛ ਵੀ ਹੈਗਾ ਸੀ ਉਹਦਾ ਸਮੇਟ ਕੇ ਤੇ ਦੂਰ ਦੇਸ਼ ਵਿੱਚ ਚਲ ਗਿਆ। ਦੂਰ ਦੇਸ਼ ਵਿੱਚ ਜਾ ਕੇ ਰਹਿਣ ਡੈ ਪਿਆ, ਦੂਰ ਦੇਸ਼ ਵਿੱਚ ਜਾ ਕੇ ਐਸ਼ ਕਰਨ ਡੈ ਪਿਆ। ਉਹਦੇ ਕੋਲ ਜਦੋਂ ਪੈਸੇ ਹੀ, ਉਹਦੇ ਹਰਕਤਾਂ ਬਿਲਕੁਲ ਹੀ ਬਦਲ ਗਈ। ਉਹਨੂੰ ਉੱਥੇ ਕੋਈ ਰੋਕਣ ਵਾਲਾ ਨਹੀਂ ਔਰ ਨਾ ਹੀ ਟੋਕਣ ਵਾਲਾ ਹੀ। ਜਦੋਂ ਆਪਣੇ ਪਿਤਾ ਦੇ ਘਰ ਵਿੱਚ ਸੀਗਾ, ਉਦੋਂ ਕੋਈ ਸਮਝ ਦੇ ਨਾਲ ਚੱਲਦਾ ਹੈਗਾ, ਉਦੋਂ ਉਹਨੂੰ ਪਤਾ ਹੈਗਾ ਕਿ ਮੈਂ ਪੀ ਨਹੀਂ ਸਕਦਾ ਕਿਉਂਕਿ ਮੇਰੇ ਪਿਤਾ ਘਰ ਵਿੱਚ ਆ, ਮੈਂ ਗਲਤ ਕੰਮ ਨਹੀਂ ਕਰ ਸਕਦਾ ਕਿਉਂਕਿ ਮੇਰੇ ਪਿਤਾ ਮੇਰੇ ਨਾਲ ਹੈਗੇ, ਮੈਂ ਕੋਈ ਗਲਤ ਵਿਚਾਰ ਨਹੀਂ ਕਰ ਸਕਦਾ ਕਿਉਂਕਿ ਮੇਰੇ ਪਿਤਾ ਮੈਨੂੰ ਡਾਂਟਣਗੇ। ਜਦੋਂ ਆਪਣੇ ਪਿਤਾ ਕੋ ਦੂਰ ਚਲ ਗਿਆ, ਦੂਰ ਦੇਸ਼ ਵਿੱਚ ਚਲ ਗਿਆ, ਉਦੋਂ ਉਹ ਸਾਰੇ ਗਲਤ ਕੰਮ ਕਰਨਾ ਸ਼ੁਰੂ ਕਰ ਦਿੱਤੇ। ਉਹਨੇ ਸਾਰੇ ਗਲਤ ਉਹ ਕੰਮ ਕੀਤੇ ਜਦੋਂ ਤੱਕ ਉਹਦੇ ਕੋਲ ਪੈਸੇ ਹੀ, ਪੂਰੇ ਪੈਸੇ ਉਹਨੇ ਹਟਾ ਦਿੱਤੇ। ਉਹਨੇ ਗਲਤ ਕੰਮ ਪੀਣ ਲਈ ਸ਼ੁਰੂ ਕਰ ਦਿੱਤਾ, ਵਿਚਾਰ ਕਰਨਾ ਸ਼ੁਰੂ ਕਰ ਦਿੱਤਾ, ਤਾਸ਼ ਖੇਡਣੀ ਸ਼ੁਰੂ ਕਰ ਦਿੱਤੀ, ਫਿਲਮਾਂ ਵੇਖਣੀਆਂ ਸ਼ੁਰੂ ਕਰ ਦਿੱਤੀਆਂ। ਜੋ ਕੁਛ ਵੀ ਗੰਦਾ ਜਿਹੜਾ ਵੀ ਕੋਈ ਕੰਮ ਹੀਗਾ ਉਹ ਸਾਰੇ ਉਹ ਕੰਮ ਕਰਦਾ ਹੀ, ਸਾਰੇ ਐਸ਼ੋ ਆਰਾਮ ਉਹ ਕਰਦਾ ਹੀ। ਕਈ ਲੋਕੀ ਉਹਦੇ ਦੋਸਤ ਬਣ ਗਏ ਹੀਗੇ, ਲੋਕੀ ਆ ਕੇ ਉਹਨੂੰ ਕਹਿਣ ਡੈ ਪਏ ਹੀਗੇ ਕਿ ਅੱਜ ਤੋਂ ਤੂੰ ਮੇਰਾ ਦੋਸਤ ਆ, ਅਸੀਂ ਤੇਰੇ ਨਾਲ ਆ। ਤੇ ਕਈ ਆਪਣੇ ਦੋਸਤਾਂ ਦੇ ਨਾਲ ਮਿਲ ਕੇ ਔਰ ਰਲ ਮਿਲ ਕੇ ਕਈ ਗਲਤ ਕੰਮ ਕਰਨੇ ਸ਼ੁਰੂ ਕਰ ਦਿੱਤੇ। ਹੌਲੀ ਹੌਲੀ ਕਰਕੇ ਉਹਦੇ ਕੋਲ ਜਿੰਨੇ ਵੀ ਪੈਸੇ ਹੀਗੇ ਸਾਰੇ ਖਤਮ ਹੋ ਗਏ। ਹੁਣ ਉਹਦੇ ਕੋਲ 1 ਰੁਪਈਆ ਵੀ ਨਹੀਂ ਬਚਿਆ। ਉਹ ਆਇਆ ਹੀ ਸ਼ਹਿਰ, ਉਹ ਆਇਆ ਹੀ ਆਪਣੇ ਪਿੰਡ ਤੋਂ, ਮੈਂ ਆਪਣੇ ਪਿਤਾ ਕੋ ਪੈਸੇ ਆਪਣਾ ਸਾਰਾ ਭਾਗ ਲੈ ਕੇ ਕਿ ਮੈਂ ਜਾ ਕੇ ਆਪਣਾ ਕੋਈ ਬਿਜ਼ਨਸ ਸ਼ੁਰੂ ਕਰੂੰਗਾ ਜਾਂ ਆਪਣਾ ਕੰਮ ਸ਼ੁਰੂ ਕਰੂੰਗਾ। ਲੇਕਿਨ ਜਦੋਂ ਉਹ ਸ਼ਹਿਰ 'ਚ ਆਇਆ, ਉਹਦੀਆਂ ਹਰਕਤਾਂ ਹੀ ਬਦਲ ਗਈਆਂ। ਜਦੋਂ ਸਾਡੇ ਹੱਥ ਵਿੱਚ ਪੈਸੇ ਆਏ, ਉਹਨੂੰ ਸਮਝ ਹੀ ਨਹੀਂ ਆਇਆ ਕਿ ਮੈਂ ਪੈਸਿਆਂ ਨੂੰ ਕਿਸ ਤਰ੍ਹਾਂ ਬਚਾ ਕੇ ਰੱਖਾਂ, ਇਹ ਪੈਸਿਆਂ ਨੂੰ ਮੈਂ ਕਿਸ ਤਰ੍ਹਾਂ ਸੰਭਾਲਾਂ, ਇਹ ਪੈਸਿਆਂ ਨੂੰ ਮੈਂ ਕਿਸ ਤਰ੍ਹਾਂ ਖਰਚ ਕਰਾਂ। ਜਦੋਂ ਉਹਦੇ ਕੋਲ ਪੈਸੇ ਆ ਗਏ, ਉਹਨੂੰ ਕੁਛ ਪਤਾ ਹੀ ਨਹੀਂ ਲੱਗਾ। ਉਹਨੇ ਸਾਰਾ ਉਹ ਕੰਮ ਕਰ ਦਿੱਤਾ ਜਿਹੜਾ ਉਹਨੇ ਨਹੀਂ ਕਰਨਾ ਹੈ, ਜਿਹੜਾ ਪਰਮੇਸ਼ਵਰ ਦੀ ਦ੍ਰਿਸ਼ਟੀ ਵਿੱਚ ਪਾਪ ਹੈਗਾ, ਜਿਹੜੇ ਉਹਦੇ ਪਿਤਾ ਦੀ ਦ੍ਰਿਸ਼ਟੀ ਵਿੱਚ ਵੀ ਪਾਪ ਹੀਗਾ, ਕਿਉਂਕਿ ਉਹਨੂੰ ਕੋਈ ਵੇਖਣ ਵਾਲਾ ਨਹੀਂ, ਉਹਨੂੰ ਕੋਈ ਡਾਂਟਣ ਵਾਲਾ ਨਹੀਂ। ਇਸ ਕਰਕੇ ਉਹ ਹਰ ਇੱਕ ਗਲਤ ਕੰਮ ਕਰਦਾ ਰਿਹਾ। ਜਦੋਂ ਉਹਦੇ ਕੋਲ ਪੈਸੇ ਖਤਮ ਹੋ ਗਏ, ਉਦੋਂ ਉਹਦੇ ਦੋਸਤਾਂ ਨੇ ਵੀ ਉਹਨੂੰ ਲੱਤ ਮਾਰ ਕੇ ਸੁੱਟ ਦਿੱਤਾ। ਔਰ ਜਦੋਂ ਉਹਦੇ ਕੋਲ ਪੈਸੇ ਖਤਮ ਹੋ ਗਏ, ਜਿਨ੍ਹਾਂ ਕੋਲ ਜਾਂਦਾ ਹੈਗਾ, ਜਿਹੜੇ ਉਹਦੇ ਦੋਸਤ ਸੀ, ਸਾਰਿਆਂ ਨੇ ਉਹਨੂੰ ਛੱਡ ਦਿੱਤਾ। ਹੁਣ ਉਹਦੇ ਕੋਲ ਕੁਛ ਖਾਣ ਵਾਸਤੇ ਹੀ ਵੀ ਨਹੀਂ ਬਚਿਆ, 1 ਰੁਪਈਆ ਵੀ ਨਹੀਂ ਬਚਿਆ। ਹੁਣ ਉਹ ਸੋਚਣ ਡਿਆ ਪਿਆ ਕਿ ਮੈਂ ਜਦੋਂ ਘਰੋਂ ਆਇਆ ਹਾਂ ਉਦੋਂ ਕਿੰਨਾ ਚੰਗਾ ਰਹਿਣਾ, ਮੇਰੇ ਕੋਲ ਜਦੋਂ ਪੈਸੇ ਹੀ, ਮੈਂ ਇਹਦੇ ਬਾਰੇ ਵਿੱਚ ਸੋਚਿਆ ਹੀ ਨਹੀਂ, ਆਪਣੀ ਮਨਮਾਨੀ ਕਰਦਾ ਰਿਹਾ। ਜਿੰਨੇ ਪੈਸੇ ਹੀ ਮੈਂ ਅੱਖਾਂ ਬੰਦ ਕਰਕੇ ਸਾਰੇ ਅੰਨਿਆਂ ਵਾਂਗੂ ਖਰਚ ਕਰ ਦਿੱਤੇ। ਹੁਣ ਮੇਰੇ ਕੋਲ 1 ਪੈਸਾ ਵੀ ਨਹੀਂ ਬਚਿਆ। ਫਿਰ ਉਹ ਦੇਸ਼ ਵਿੱਚ ਅਕਾਲ ਪੈਂਦਾ ਵਾ। ਉਹ ਅਕਾਲ ਜਦੋਂ ਪੈਂਦਾ ਵਗਾ, ਫਿਰ ਤੋਂ
ਉਹ ਕਿਸੇ ਦੇ ਘਰ ਵਿੱਚ, ਉਹ ਦੇਸ਼ ਵਿੱਚ ਕਿਸੇ ਦੇ ਘਰ ਵਿੱਚ ਸੂਰਾਂ ਨੂੰ ਚਰਾਉਣ ਵਾਸਤੇ ਇੱਕ ਕੰਮ ਮਿਲ ਜਾਂਦਾ ਵਾ। ਜਿਹੜਾ ਸੂਰਾਂ ਨੂੰ ਚਰਾਉਣ ਦਾ ਕੰਮ ਮਿਲਿਆ ਸੀਗਾ, ਜਿੱਥੇ ਉਹ ਜਿਹੜਾ ਉਹਦਾ ਮਾਲਕ ਸੀਗਾ ਉਹ ਵੀ ਆ ਕੇ ਸੂਰਾਂ ਨੂੰ ਹੀ ਪਾਉਂਦਾ ਹੁੰਦਾ ਹੈਗਾ, ਲੇਕਿਨ ਉਹਨੂੰ ਕੁਛ ਖਾਣ ਵਾਸਤੇ ਵੀ ਨਹੀਂ ਦਿੰਦਾ। ਉਹ ਸੋਚਦਾ ਹੈਗਾ ਉੱਥੇ ਬਹਿ ਕੇ ਕਿ ਮੈਂ ਜਿਹੜਾ ਸੂਰਾਂ ਨੂੰ ਜਿਹੜੀਆਂ ਉਹਨਾਂ ਨੇ ਫਲੀਆਂ ਪਾਈਆਂ ਵਾ ਉਹਦੇ ਵਿੱਚੋਂ ਮੈਂ ਕੁਛ ਖਾ ਲਾਂ, ਪਰ ਉਹ ਵੀ ਉਹਨੂੰ ਨਸੀਬ ਨਹੀਂ ਹੋਇਆ। ਔਰ फिर वो रोन डै पिया, फिर वो पछताव करन डै पिया, फिर वो अपने आप विच आया। फिर उन्हें सोचिया कि जो मैं अपने पिता दे घर विच हाँ कितना खुश हाँ, जो अपने पिता दे घर विच हाँ उदों मैनूं सब कुछ मिलता हैगा। जो मैं अपने पिता नूं कहना हाँ मैनूं आ चीज़ चाहिदी आ तो मैनूं सब कुछ मिलता हैगा। मेरे पिता दे घर विच जिहड़े नौकर आ वो कितना खांदे आ, खाण दे बाद भी वो अन्न ਵੱਧ ਜਾਂਦਾ ਵਗਾ, ਪਰ ਇੱਥੇ ਮੈਂ ਰੋਣ ਡਿਆ ਵਾਂਗਾ, ਇੱਥੇ ਮੈਂ ਪਛਤਾਉਣ ਡਿਆ ਵਾਂ ਕਿ ਮੈਨੂੰ ਇੱਥੇ ਸੂਰਾਂ ਦਾ ਖਾਣਾ ਵੀ ਨਹੀਂ, ਸੂਰਾਂ ਦੀ ਜਿਹੜੇ ਫਲੀ ਆ ਉਹ ਵੀ ਨਹੀਂ ਇੱਥੇ ਮੈਨੂੰ ਨਸੀਬ। ਤੇ ਮੈਂ ਆਪਣੇ ਪਿਤਾ ਕੋਲ ਚਲ ਜਾਊਂਗਾ, ਉਹਨੂੰ ਮੈਂ ਆਖੂੰਗਾ ਕਿ ਮੈਨੂੰ ਮਾफ़ ਕਰ ਦੇ, ਮੈਨੂੰ ਮਾफ़ ਕਰ ਦੇ ਪਿਤਾ, ਮੈਨੂੰ ਮਾफ़ ਕਰਕੇ ਆਪਣੇ ਘਰ ਇੱਕ ਕੰਮ ਵਰਗਾ ਜਿਸ ਤਰ੍ਹਾਂ ਕੰਮ ਕਰਨ ਵਾਲੇ ਰਹਿੰਦੇ ਆ ਮੈਨੂੰ ਵੀ ਉਤਰਾ ਰੱਖ ਦੇ ਕਰਕੇ ਉਹਨੇ ਜਦੋਂ ਸੋਚਿਆ ਫਿਰ ਆਪਣੇ ਪਿਤਾ ਦੇ ਘਰ ਆ ਗਿਆ। ਜਦੋਂ ਪਿੰਡ ਤੋਂ ਆਉਣ ਡਿਆ ਸੀਗਾ ਉਦੋਂ ਉਹਦਾ ਪਿਤਾ ਉਹ ਦੂਰ ਨਾਲ ਉਹਨੂੰ ਵੇਖਿਆ, ਉਹਨੇ ਵੇਖਿਆ ਕਿ ਕੋਈ ਮੁੰਡਾ ਉੱਥੋਂ ਤੁਰਿਆ ਆਉਣ ਡਿਆ ਵਾ। ਜਦੋਂ ਉਹਦੇ ਪਿਤਾ ਨੇ ਵੇਖਿਆ ਕਿ ਉਹ ਜਿਹੜਾ ਮੁੰਡਾ ਜਿਹੜਾ ਤੁਰਿਆ ਆਉਣ ਡਿਆ ਵਾ ਉਹ ਤੇ ਮੇਰਾ ਹੀ ਮੁੰਡਾ ਵਾ, ਉਹ ਉਤਰਿਆ, ਕੋਠੇ ਤੋਂ ਉਤਰਿਆ, ਦੌੜ ਕੇ ਆਇਆ ਔਰ ਜਾਂਦੇ ਪਹਿਲੋਂ ਉਹਨੂੰ ਗਲੇ ਲਾ ਲਿਆ ਔਰ ਚੁੰਮਣ ਡੈ ਪਿਆ, ਉਹਨੂੰ ਪਿਆਰ ਕਰਨ ਡੈ ਪਿਆ, ਉਹਨੂੰ ਪੁੱਛਣ ਡੈ ਪਿਆ ਉਹ ਮੇਰੇ ਪੁੱਤ ਤੇਰੀ ਹਾਲਤ ਕਿਸ ਤਰ੍ਹਾਂ ਦੀ ਹੋ ਗਈ ਆ, ਤੇਰੀ ਹਾਲਤ ਕਿਸ ਤਰ੍ਹਾਂ ਦੀ ਹੋ ਗਈ ਆ ਕਰਕੇ ਚੁੰਮਣ ਡੈ ਪਿਆ। ਉਹਦੇ ਕੋਲ ਡੀ ਹੀ ਮੁੰਡੇ ਕੋ ਉਹਨੇ 2-3 ਦਿਨਾਂ ਦਾ ਨਾਤਾ ਨਹੀਂ ਗਾ ਔਰ ਨਾ ਹੀ ਉਹਨੇ ਖਾਦਾ ਹੀ, ਪਰ ਉਹਦੇ ਪਿਤਾ ਨੇ ਉਹਨੂੰ ਗਲੇ ਲਾਇਆ, ਉਹਨੂੰ ਚੁੰਮਿਆ, ਪਰ ਉਹਨੂੰ ਉਹਦੀ ਬੋ ਵੀ ਨਹੀਂ ਆਈ ਔਰ ਨਾ ਹੀ ਉਹ ਕੁਛ ਹੋਇਆ ਉਹਨੂੰ। ਉਹ ਭੈਣ ਔਰ ਭਰਾਵੋ ਸਾਡਾ ਪਿਤਾ ਵੀ ਇਹੋ ਜਿਹਾ ਵਗਾ, ਉਹ ਸਾਨੂੰ ਵੀ ਇਸ ਤਰ੍ਹਾਂ ਹੀ ਪਿਆਰ ਕਰਦਾ ਵਗਾ। ਜਦੋਂ ਕੋਈ ਮੰਨ ਲੈਂਦਾ ਵਾ ਆਪਣੀਆਂ ਗਲਤੀਆਂ, ਜਦੋਂ ਪਿਤਾ ਕੋ ਵਾਪਸ ਆ ਜਾਂਦਾ ਵਾ, ਪਿਤਾ ਵੀ ਇਸ ਤਰ੍ਹਾਂ ਹੀ ਪਿਆਰ ਕਰਦਾ ਵਾ। ਉਹਨੇ ਸਾਰਿਆਂ ਨੂੰ ਆਖਿਆ ਕਿ ਇਹਨੂੰ ਨਹਾਉਣ ਵਾਸਤੇ ਕੱਪੜੇ ਨਹਾਉਣ ਵਾਸਤੇ ਨੀ ਪਾਣੀ ਦਿਓ ਔਰ ਇਹਦੇ ਕੱਪੜੇ ਲਾਓ, ਇਹਦੇ ਨਵੀਂ ਜੁੱਤੀ ਪਾਓ, ਇਹਦੇ ਅੰਗੂਠੀਆਂ ਇਹਦੇ ਉਂਗਲੀਆਂ 'ਚ ਅੰਗੂਠੀਆਂ ਪਾ ਦਿਓ। ਮੇਰਾ ਬੇਟਾ ਖੋ ਗਿਆ ਹੈਗਾ, ਹੁਣ ਇਹ ਮਿਲ ਗਿਆ ਵਾ, ਇਹ ਮਰ ਗਿਆ ਹੈਗਾ ਫਿਰ ਤੋਂ ਹੁਣ ਜੀ ਗਿਆ ਵਾ, ਇਹ ਮੇਰੇ ਘਰ ਵਾਪਸ ਆ ਗਿਆ ਵਾ। ਉਹ ਆਪਣੇ ਮੁੰਡੇ ਨੂੰ ਲਿਆਉਂਦਾ ਆਪਣੇ ਘਰ ਲਿਆਉਂਦਾ ਹੀ ਸਾਰਿਆਂ ਨੂੰ, ਆਂਢ ਗੁਆਂਢ ਵਾਲਿਆਂ ਨੂੰ ਸਾਰਿਆਂ ਨੂੰ ਕਹਿੰਦਾ ਹੈਗਾ ਕਿ ਅੱਜ ਸ਼ਾਮਾਂ ਨੂੰ ਮੇਰੇ ਘਰ ਆ ਜਾਓ, ਅੱਜ ਮੈਂ ਰੋਟੀ ਬਣਾਉਣ ਵਾਲਾ ਵਾਂ, ਅੱਜ ਕੋਈ ਵੀ ਰੋਟੀ ਨਾ ਬਣਾਇਓ, ਸਾਰੇ ਜਾਣੇ ਮੇਰੇ ਘਰ ਆ ਕੇ ਖਾਇਓ ਕਿਉਂਕਿ ਅੱਜ ਮੈਂ ਬਹੁਤ ਖੁਸ਼ ਹਾਂ, ਮੇਰਾ ਬੇਟਾ ਜਿਹੜਾ ਚਲ ਗਿਆ ਹੈਗਾ ਹੁਣ ਇਹ ਵਾਪਸ ਆ ਗਿਆ ਵਾ। ਉਹ ਭੈਣ ਔਰ ਭਰਾਵੋ ਅੱਜ ਮੇਰੀ ਤੇ ਤੁਹਾਡੀ परिस्थिति किस तरह की है, असीं किस तरह जीण डे आगे। असीं जो कोई गलती करने आ तो अपने पिता दे गल जान डे या नहीं आ। ये तुहानू ये गल प्रभु यीशु मसीह ये वचन दे नाल सानू ये समझाउणा चाहुंदे हैगे जिहड़े परमेश्वर तो दूर हो के, जिहड़े परमेश्वर दे घर तो दूर हो के जिहड़े उहदे वचन नू सुनदे हैगे, वो जिहड़े परमेश्वर तो दूर हो गए आगे, जिहड़े गलत राह विच चल गए आ, जिहड़े व्यभिचार विच चल गए हैगे, जिहड़े दुनियादारी विच फस गए हैगे, उन्हां नू वापस बुलाउण डिया वा, उन्हां नू आखण डिया वा कि है मेरे बेटे जे तुहाडे कोल कोई गलती हो गई आ, जे तुहाडे कोल कोई गलती हो गई आ ते मेरे कोल वापस आ जाओ। कई लोग सोचते होणगे जे मैं वापस चल जाऊंगा ते मेरे पिता मैनू क्षमा करूगा कि नहीं, मैनू घर आउण देऊगा कि नहीं, या मैनू अपने घर विच रोटी खवाऊगा कि नहीं। पर ये वचन तुहानू हन्ना पिता ये गल करन डिया वा, परमेश्वर हन्ना ये गल करन डिया वा कि जदों तुसीं अपने परमेश्वर दे कोल आओगे, जदों उसको माफ़ी मंगोगे तो वो भी तुहानू ये पिता ने जितना अपने मुंडे नू माफ़ कर दिता वा और तुहानू भी माफ़ करने वास्ते तैयार हैगा। बस शर्त ये आ कि वापस आ जाओ अपने घर, वापस आ जाओ अपने यीशु मसीह को, वापस आ जाओ अपने घर विच। जदों ही यीशु मसीह दे जदों अपने
ਪਿਤਾ ਦੇ ਘਰ ਹੀਗਾ ਉਦੋਂ ਉਹਨੂੰ ਕੋਈ ਵੀ ਕਮੀ ਘਟੀ ਨਹੀਂ ਸੀ। ਜਦੋਂ ਆਪਣੇ ਪਿਤਾ ਨੂੰ ਛੱਡ ਕੇ ਚਲ ਗਿਆ ਉਦੋਂ ਉਹਨੇ ਦੁੱਖ ਔਰ ਤਕਲੀਫਾਂ ਹੀ ਉਹਦੇ ਜੀਵਨ ਵਿੱਚ ਆ ਗਏ। ਸਾਡੇ ਜੀਵਨ ਵਿੱਚ ਵੀ ਇਹੋ ਕੁਛ ਹੁੰਦਾ ਵਾ, ਜਦੋਂ ਅਸੀਂ ਪ੍ਰਭੂ ਯਿਸੂ ਮਸੀਹ ਦੇ ਨਾਲ ਰਹਿੰਦੇ ਆ ਉਦੋਂ ਸਾਨੂੰ ਸਭ ਕੁਛ ਮਿਲਦਾ ਵਾ, ਸਭ ਕੁਛ ਚੰਗਾ ਲੱਗਦਾ ਵਾ, ਖੁਸ਼ੀ ਖੁਸ਼ੀ ਰਹਿੰਦੇ ਹੈਗੇ। ਲੇਕਿਨ ਜਦੋਂ ਅਸੀਂ ਆਪਣੇ ਹੀ ਯਿਸੂ ਮਸੀਹ ਨੂੰ ਛੱਡ ਕੇ ਆਪਣੀ ਮਨਮਾਨੀ ਕਰਨਾ ਸ਼ੁਰੂ ਕਰ ਦਿੰਦੇ ਆ ਉਦੋਂ ਸਾਡੇ ਜੀਵਨ ਵਿੱਚ ਵੀ ਕੰਗਾਲੀ ਸ਼ੁਰੂ ਹੋ ਜਾਂਦੀ ਆ, ਅਕਾਲ ਸ਼ੁਰੂ ਹੋ ਜਾਂਦਾ ਵਾ, ਪੈਸੇ ਖਤਮ ਹੋ ਜਾਂਦੇ ਹੈਗੇ, ਨਾ ਕੋਈ ਬਰਕਤ ਰਹਿੰਦੀ ਹੈਗੀ। ਉਹ ਭੈਣ ਔਰ ਪ੍ਰਭੂ, ਅੱਜ ਪ੍ਰਭੂ ਯਿਸੂ ਮਸੀਹ ਸਾਡੇ ਨਾਲ ਇਹ ਵਚਨ ਦੇ ਨਾਲ ਗੱਲ ਕਰਨ ਡਿਆ ਵਾ। ਉਹ ਸਾਨੂੰ ਕਹਿਣ ਡਿਆ ਵਾ ਕਿ ਮੇਰੇ ਕੋਲ ਆ ਜਾਓ, ਇੱਕ ਵਾਰੀ ਮੇਰੇ ਕੋਲ ਆ ਜਾਓਗੇ ਤੇ ਮੈਂ ਦੌੜ ਕੇ ਆ ਕੇ ਤੁਹਾਨੂੰ ਗਲੇ ਲਾ ਲੂੰਗਾ। ਜਦੋਂ ਜਿਸ ਤਰ੍ਹਾਂ ਉਹ ਪਿਤਾ ਨੇ ਦੌੜ ਕੇ ਆ ਕੇ ਆਪਣੇ ਮੁੰਡੇ ਨੂੰ ਵੇਖਿਆ ਤੇ ਦੌੜ ਕੇ ਆ ਕੇ ਉਹਨੂੰ ਗਲੇ 'ਚ ਲਾ ਲਿਆ, ਇਸ ਤਰ੍ਹਾਂ ਵੀ ਸਾਡਾ ਪਿਤਾ, ਸਾਡਾ ਯਿਸੂ ਮਸੀਹ ਵੀ ਸਾਡੀ ਗਲਤੀਆਂ ਨੂੰ ਮਾਫ ਕਰ ਦੂਗਾ ਔਰ ਬਾਅਦ ਵਿੱਚ ਉਹਦਾ ਕਦੀ ਵੀ ਲੇਖਾ ਹੀ ਨਹੀਂ ਲਊਗਾ ਔਰ ਨਾ ਹੀ ਉਹਨੂੰ ਕਦੀ ਉਹਨੂੰ ਪੁੱਛੂਗਾ। ਉਹ ਭੈਣੋ ਭਰਾਵੋ, ਜੇ ਤੁਹਾਡੇ ਕੋਲ ਵੀ ਕੋਈ ਗਲਤੀ ਹੋ ਗਈ ਆ ਤਾਂ ਆਪਣੇ ਪਿਤਾ ਦੇ ਕੋਲ ਆ ਜਾਓ, ਯਿਸੂ ਮਸੀਹ ਦੇ ਕੋਲ ਆ ਜਾਓ। ਇੱਕ ਵਾਰੀ ਉਹਨੂੰ ਆ ਕੇ ਆਖੋ, ਮੈਂ ਤੁਹਾਡੇ ਵਿਰੋਧ ਵਿੱਚ, ਸਵਰਗ ਦੇ ਵਿਰੋਧ ਵਿੱਚ ਮੈਂ ਪਾਪ ਕੀਤਾ ਵਾ, ਮੈਨੂੰ क्षमा ਕਰ ਦਿਓ। ਜਦੋਂ ਇਹ ਪ੍ਰਾਰਥਨਾ ਤੁਸੀਂ ਕਰੋਗੇ ਤਾਂ ਪਿਤਾ ਵੀ ਤੁਹਾਨੂੰ क्षमा ਕਰੂਗਾ ਔਰ ਆਪਣੇ ਵਾਸਤੇ ਔਰ ਸਵਰਗ ਵਿੱਚ ਸਵਰਗ ਦੇ ਦੂਤਾਂ ਦੇ ਨਾਲ ਤੁਹਾਡੇ ਵਾਸਤੇ ਵੀ ਉਹ ਖੁਸ਼ੀ ਮਨਾਊਗਾ ਜਦੋਂ ਤੁਸੀਂ ਵਾਪਸ ਆ ਜਾਓਗੇ। ਜਦੋਂ ਸ਼ੋਰ ਮਚਣ ਡਿਆ ਹੈਗਾ, ਜਦੋਂ ਖਾਣਾ ਖੋਣਾ ਖਾਣ ਡੇ ਹੀ ਲੋਕ, ਉਹਦਾ ਵੱਡਾ ਭਰਾ ਹੀ ਇੱਕ ਉਹ ਖੇਤਾਂ ਵਿੱਚ ਕੰਮ ਕਰਨ ਡਿਆ ਹੈਗਾ, ਖੇਤਾਂ ਵਿੱਚ ਕੰਮ ਕਰਨ ਡਿਆ ਹੈ। ਜਦੋਂ ਸ਼ਾਮੀ ਵਾਪਸ ਆਇਆ ਤਾਂ ਉਹਨੇ ਸੁਣਿਆ ਕਿ ਕਿੰਨਾ ਸ਼ੋਰ ਹੋਣ ਡਿਆ ਵਾ, ਮੇਰੇ ਘਰ ਵਿੱਚ ਖਾਣਾ ਬਣਿਆ ਵਗਾ, ਖੁਸ਼ੀ ਮਨਾਉਣ ਡੇ ਹੈਗੇ। ਉਹਨੇ ਇੱਕ ਬੰਦੇ ਨੂੰ ਪੁੱਛਿਆ ਕਿ ਕੀ ਹੋਇਆ ਵਗਾ, ਕੀ ਚੱਲਣ ਡਿਆ ਵਾ ਮੇਰੇ ਘਰ ਵਿੱਚ, ਅੱਜ ਮੇਰਾ ਪਿਤਾ ਇੰਨਾ ਖੁਸ਼ ਕਿਉਂ ਵਾ? ਤਾਂ ਕੰਮ ਵਾਲੇ ਨੇ ਉਹਨੂੰ ਆਖਿਆ ਕਿ ਵੇਖੋ, ਜਿਹੜਾ ਛੋਟਾ ਮੁੰਡਾ, ਛੋਟਾ ਭਰਾ ਜਿਹੜਾ ਲੈ ਕੇ ਸਭ ਕੁਝ ਚਲ ਗਿਆ ਸੀ ਦੂਰ ਦੇਸ਼ ਵਿੱਚ, ਹੁਣ ਉਹ ਵਾਪਸ ਆ ਗਿਆ ਵਾ, ਤਾਂ ਕਰਕੇ ਤੇਰੇ ਪਿਤਾ ਨੇ ਪਲਾਵਾ ਬਛੜਾ ਬਣਾਇਆ ਵਾ। ਅੱਜ ਉਹ ਖੁਸ਼ ਆ। ਉਹਨਾਂ ਨੇ ਆਂਢ ਗਵਾਂਢ ਵਾਲਿਆਂ ਨੂੰ ਸਾਰਿਆਂ ਨੂੰ ਬੁਲਾ ਕੇ ਸਾਰਿਆਂ ਨੂੰ ਦਾਵਤ ਦਿੱਤੀ ਆ ਕਿ ਸਾਰੇ ਜਣੇ ਆ ਕੇ ਅੱਜ ਰੋਟੀ ਮੇਰੇ ਘਰ ਹੀ ਖਾਇਓ। ਉਹ ਬਹੁਤ ਖੁਸ਼ ਹੈਗਾ ਤੇਰਾ ਪਿਤਾ, ਕਿਉਂਕਿ ਤੇਰਾ ਛੋਟਾ ਭਰਾ ਵਾਪਸ ਆ ਗਿਆ ਵਾ। ਪਰ ਉਹ ਗੁੱਸੇ ਵਿੱਚ ਆ ਗਿਆ, ਵੱਡਾ ਭਰਾ ਗੁੱਸੇ ਵਿੱਚ ਆ ਕੇ ਅੰਦਰ ਹੀ ਨਹੀਂ ਗਿਆ, ਬਾਹਰ ਹੀ ਇੰਤਜ਼ਾਰ ਕਰਦਾ ਰਿਹਾ, ਸੋਚਦਾ ਰਿਹਾ ਕਿ ਮੈਂ ਹੁਣ ਕੀ ਕਰਾਂ। ਜਦੋਂ ਉਹਦੇ ਪਿਤਾ ਨੂੰ ਪਤਾ ਲੱਗਾ ਕਿ ਮੇਰਾ ਵੱਡਾ ਮੁੰਡਾ ਬਾਹਰ ਖਲੋਤਾ ਵਾ, ਹਾਂ ਉਹ ਅੰਦਰ ਨਹੀਂ ਆਉਣ ਡਿਆ, ਉਹ ਗੁੱਸੇ ਵਿੱਚ ਆ, ਤੇ ਪਿਤਾ ਬਾਹਰ ਆਇਆ। ਪਿਤਾ ਬਾਹਰ ਆ ਕੇ ਉਹਨੂੰ ਕਹਿਣ ਲੱਗਾ ਕਿ ਪਿਓ, ਮੈਂ ਆਪਣੇ ਵੱਡੇ ਮੁੰਡੇ ਨੂੰ ਕਹਿਣ ਲੱਗਿਆ, ਉਹ ਪੁੱਤ ਤੂੰ ਬਾਹਰ ਕਿਉਂ ਖਲੋਤਾ ਵਾਂਗਾ, ਇਹ ਘਰ ਤੇ ਤੇਰਾ ਵਾ, ਤੂੰ ਗੁੱਸੇ ਵਿੱਚ ਕਿਉਂ ਵਾ? ਤੇਰਾ ਛੋਟਾ ਭਰਾ ਵਾਪਸ ਆ ਗਿਆ ਵਗਾ। ਉਹਦੇ ਵੱਡੇ ਮੁੰਡੇ ਨੇ ਆਖਿਆ ਆਪਣੇ ਪਿਤਾ ਨੂੰ, ਜਦੋਂ ਮੈਂ ਤੇਰੇ ਨਾਲ ਹਾਂ, ਤੇਰੇ ਨਾਲ ਮੈਂ ਕਿੰਨੇ ਸਾਲਾਂ ਤੱਕ ਰਿਹਾ, ਤੇਰੇ ਕੋ ਕਦੀ ਕੁਛ ਨਹੀਂ ਪੁੱਛਿਆ, ਮੈਂ ਤੇਰੇ ਨਾਲ ਕਿੰਨੇ ਸਾਲ ਤੱਕ ਰਿਹਾ ਕੰਮ ਕਰਦੇ, ਕਦੀ ਮੈਂ ਤੇਰੇ ਕੋ ਕੁੱਖ ਨਹੀਂ ਮੰਗਿਆ। ਪਰ ਇਹ ਜਿਹੜਾ ਤੇਰਾ ਛੋਟਾ ਮੁੰਡਾ ਹੈਗਾ, ਉਹਨੇ ਸਾਰਾ ਜਿੰਨੇ ਵੀ ਪੈਸੇ ਹੀਗੇ, ਜਿੰਨੇ ਵੀ ਦੌਲਤ ਹੀਗੀ, ਜਿੰਨੇ ਵੀ ਜਾਇਦਾਦ ਸੀ, ਸਾਰਾ ਲੈ ਕੇ ਉਹਨੇ ਸਾਰੇ ਵੇਸ਼ਿਆਂ ਵਿੱਚ ਉਡਾ ਦਿੱਤੀ। ਜਦੋਂ ਉਹ ਵਾਪਸ ਆਇਆ ਤਾਂ ਉਹਨੂੰ ਮਾਫ ਕਰ ਦਿੱਤਾ ਈ। ਉਹਨੂੰ ਮਾਫ ਕਰਕੇ ਉਹਦੇ ਵਾਸਤੇ ਇੱਕ ਬੜੀ ਦਾਵਤ ਕੀਤੀ ਆ, ਕਦੀ ਮੇਰੇ ਵਾਸਤੇ ਤੂੰ ਕੀਤੀ ਨਹੀਂ ਹੈਗੀ। ਆਪਣੇ ਪਿਤਾ ਨੂੰ ਉਹ ਵੱਡਾ ਮੁੰਡਾ ਕਹਿਣ ਲੱਗ ਪਿਆ। ਉਹ ਭੈਣ ਔਰ ਭਰਾਵੋ, ਸਾਡੇ ਜੀਵਨ ਵਿੱਚ ਵੀ ਕਦੀ ਕਦੀ ਇਸ ਤਰ੍ਹਾਂ ਹੀ ਹੁੰਦਾ ਵਗਾ। ਅਸੀਂ ਉਹ ਛੋਟਾ ਮੁੰਡਾ ਜਿਹੜਾ ਹੈਗਾ ਉਹ ਗਵਾਚ ਗਿਆ ਸੀ, ਉਹ ਮਿਲ ਗਿਆ ਸੀਗਾ, ਪਰ ਪਿਤਾ ਨੇ ਉਹਨੂੰ ਆਖਿਆ, ਉਹ ਮੇਰਾ ਛੋਟਾ ਮੁੰਡਾ ਗਵਾਚ ਗਿਆ ਸੀ, ਹੁਣ ਮਿਲ ਗਿਆ ਵਾ। ਉਹ ਵੱਡੇ ਨੂੰ ਆਂਦਾ, ਤੂੰ ਤੇ ਘਰੇ ਰਹਿ ਕੇ ਗਵਾਚ ਗਿਆ ਵਾਂਗਾ, ਜਿਸ ਤਰ੍ਹਾਂ ਮੈਂ ਉਹਨੂੰ ਮਾਫ ਕਰ ਦਿੱਤਾ ਵਾ, ਤੂੰ ਵੀ ਉਹਨੂੰ ਮਾਫ ਕਰਕੇ ਆਪਣੇ ਗਲੇ ਲਾ ਲਾ। ਉਹ ਪਹਿਲਾਂ ਗਵਾਚ ਗਿਆ ਹੈਗਾ, ਹੁਣ ਮਿਲ ਗਿਆ ਵਾ, ਹੁਣ ਘਰ ਵਾਪਸ ਆ ਗਿਆ ਵਾ। ਸਾਨੂੰ ਉਹਨੂੰ ਪਿਆਰ ਕਰਨਾ ਚਾਹੀਦਾ ਵਗਾ। ਕਈ ਇਹੋ ਜਿਹੇ ਲੋਕ ਹੈਗੇ ਜਿਹੜੇ ਮਸੀਹ ਨੂੰ ਮੰਨ ਲੈਂਦੇ ਆ, ਮਸੀਹ ਨੂੰ ਜਾਣ ਲੈਂਦੇ ਆ, ਮਸੀਹ ਦੇ ਗਾਣੇ ਗਾਉਂਦੇ ਆ, ਮਸੀਹ ਦੇ ਨਾਲ ਰਹਿੰਦੇ ਆ, ਮਸੀਹ ਦੇ ਕੰਮ ਕਰਦੇ ਆ, ਮਸੀਹ ਦੇ ਵਚਨ ਸੁਣਾਉਂਦੇ ਆ, ਮਸੀਹ ਦਾ
प्रचार करते आ, कई लोगों को आके जाके सुनाते आ कि एक दूसरे ना प्यार करो, एक दूसरे को माफ़ करो। पर कदी कदी चर्च वाले लोग जेड़े मसीह नूं मानण वाले लोग आ, वो ही कदी कदी अपने भरा नूं माफ़ नहीं कर सकते। ओ भैन और भरावो, अज परमेश्वर सानूं ये भी सिखाउण दिया वगा कि तुही जेड़े मसीह नूं मन चुके जे, जेड़े परमेश्वर दे लहू दे खून दे विच तुल चुके जे, जेड़े परमेश्वर दे काम करन दे जे, जेड़े परमेश्वर दी सेवा करन दे आ, उन्हां दे बारे विच परमेश्वर दस्सण दिया वा कि तुही भी उन्नू माफ़ कर दो। जिस तरह कि पिता ने अपने मुंडे नू जदों वो वापस आ गया छोटा, उन्नू माफ़ कर दिता, तुही भी उस तरह ही एक दूसरे नू माफ़ कर दो। असीं कदी कदी इहो जी चीज़ां असीं कर ही नहीं पाउंदे। हाँ भाई, परमेश्वर दियां वड्डियां वड्डियां गल्लां करने आ, परमेश्वर दे वचन सुनने आ, एक एक घंटा तक प्रार्थना करने आ, लोकां दे घर जाके वचन सुनने आ, पर जिन्ने किसे नूं साडा दिल दिखाया वगा, जेड़ा कोई साडे नाल बुरा करदा वा, उन्नू असीं कदी माफ़ ही नहीं कर पाउंदे। अज पिता आखण दिया वा, एक बारी माफ़ करके वेखो। जो छोटा मुंडा वापस आ गया हैगा, उदों पिता ने माफ़ कर दिता हैगा। उस तरह ही सानू अपने वड्डे मुंडे नूं भी सिखाउण दिया वा, जिस तरह मैं माफ़ कर दिता वा उन्होंने, उस तरह ही तू माफ़ कर दे। ये जो कुछ भी उन्हें गवा दिता वगा, ये धन और दौलत वो सारी मेरी हीगी, मैं लास होया वा उहदे विच, तेरा ते कुछ भी नहीं हीगा, पर फिर भी तू उहदे उत्ते गुस्सा वा, तू ते कमाया नहीं ही, वो कमाई तो मेरी ही जिहड़ी उन्हें खाली हैगी। माफ़ कर दे। जो मैं उन्होंने माफ़ कर सकना वा, तो तू भी उन्होंने माफ़ कर दे। इस तरह ही साडा पिता भी, यीशु मसीह भी साडी दुनिया में इसलिए आया ताकि जिन्ने भी खोए हुए लोग आ, जेड़े गवाच गए आ, उन्होंने बचाउण वास्ते, उन्होंने माफ़ करने वास्ते, उन्होंने क्षमा करने वास्ते, उन्होंने प्यार करने वास्ते। जेड़ा साडे पिता दा प्यार हैगा, वो जेड़ा कदी भी नहीं बदलने वाला प्यार हैगा। दुनिया दे विच सारिया लोकां दा प्यार जेड़ा बदल जूगा, साडे माँ प्यो दा, साडे भरावां और भैणां दा, और साडे लोकां दा, साडे घर दे आस पड़ोस लोकां दा, जिदे असीं कही दी कि कोई गलती भी कर देंगे, वो सानू कदी भी माफ़ भी नहीं शायद कर सकते, ना ही वो सानू कदी वेखना चाहुंदे आ। लेकिन परमेश्वर सानू माफ़ कर दिंदा वा। कदी कदी जो हम मसीह नूं आके माफ़ी मंग लेने आ कि मेरे को गलती हो गई आ, मैनू माफ़ कर दे, तो मसीह सानू माफ़ भी कर दिंदा वा। पर इंसान जिहड़ा हुंदा वो कदी माफ़ नहीं करदा, और हमेशा वो याद रखदा रहिंदा वागा, और याद रख रख के ओह गल नूं बार बार दड़ाउंदा रहिंदा वागा, अपने दिमाग विच ओह चलाउंदा रहिंदा, मैं इनू माफ़ नहीं करना, इन्हें मेरे नाल इस तरह कीता ही, इन्हें मैनू गालां दित्तियां ही, इन्हें इन्नू मैनू ओ कीता, इन्हें मैंने ओ कीता करके सारियां गल्लां याद कर करके अपना जीवन जिहड़ा वगा मसीह तो दूर कर लेंदे आ, और कम मसीह दे ही करदे हैगे। जिहड़ा मसीह दे लोग आ, उन्हां नूं सब तो ज़्यादा जरूरी ये आ कि एक दूसरे नूं माफ़ करो और एक दूसरे नूं प्यार करो। जिस तरह पिता दा जिहड़ा प्यार ही, वो जिहड़ा है यीशु मसीह नूं दिखाउंदा वा। जिहड़ा वो गवाच गया जिहड़ा मुंडा हैगा, वो भी अहीं आगे, और जिहड़ा वड्डा मुंडा हैगा वो वा जिहड़ा मसीह दे घर विच रह के, जिहड़े मसीह दी संगति करदे आ, जिहड़े वचन बोलदे आ, जिहड़े प्रचार करदे आ, वो वा। ते अहीं किहड़ी किसे दे कौन हैगे, अज परमेश्वर सानूं पुछण दिया वा, जां वड्डे मुंडे वर्गे जे या छोटे मुंडे वर्गे जे वड्डे मुंडे वर्गे जे तो बहुत ही मुश्किल विच आ, जे छोटे मुंडे वर्गे आ तो अपनी गलती मान के पिता कोल आ जाएंगे तो माफ़ कर दूगा। जे असीं वड्डे मुंडे वर्गे आ तो परमेश्वर दे नाल रह के, पिता दे नाल रह के, पिता दा प्यार भी पा के, फिर भी हड को किसे नूं माफ़ करन दा सुभाव ही नहीं आ, ते असीं उद्धार किस तरह का पाया वा, असीं बपतिस्मा किहदे नां ते लिया वा, हड कोई सुभाव क्यों नहीं आ। साडे पिता दे अंदर सुभाव जिहड़ा वा माफ़ करने वाला वा, तो मेरे अंदर वो सुभाव क्यों नहीं आ। एक बारी प्रार्थना करो और अपने आप नूं परखो और चाच लो कि वेख लो कि तुसीं विश्वास विच हैगे आ या नहीं। छोटे मुंडे ने अपनी गलती मन्नी,
ਪਿਤਾ ਨੇ ਉਹਨੂੰ ਮਾਫ ਕਰ ਦਿੱਤਾ, ਪਰ ਵੱਡਾ ਮੁੰਡਾ ਘਰ ਰਹਿ ਕੇ ਗਵਾਚ ਗਿਆ। ਤਾਂ ਤੁਸੀਂ ਘਰ ਰਹਿ ਕੇ ਗਵਾਚ ਗਏ ਜੇ ਜਾਂ ਦੂਰ ਜਾ ਕੇ ਗਵਾਚ ਗਏ ਜੇ? ਅੱਜ ਪਰਮੇਸ਼ਵਰ ਸਾਨੂੰ ਇਸ ਵਚਨ ਦੇ ਨਾਲ ਗੱਲ ਕਰਨ ਡਿਆ ਵਾ। ਜੇ ਪਰਮੇਸ਼ਵਰ ਤੁਹਾਨੂੰ ਇਸ ਵਚਨ ਦੇ ਨਾਲ ਗੱਲ ਕਰਦਾ ਵਾ ਤੇ ਆਪਣੇ ਗੁੱਟਿਆਂ ਦੇ ਬਲ ਆ ਕੇ ਪ੍ਰਾਰਥਨਾ ਕਰ ਲਓ। ਪ੍ਰਾਰਥਨਾ ਕਰੋ, ਪ੍ਰਭੂ ਜੀ ਮੈਂ ਮਾਫ ਕਰ ਦਿਓ ਮੈਨੂੰ, ਮੈਂ ਤੇਰੇ ਤੋਂ ਦੂਰ ਹੋ ਗਿਆ ਹਾਂ। ਤੇਰੇ ਵਚਨ ਸੁਣ ਕੇ, ਤੇਰੇ ਵਚਨ ਸੁਣਿਆ, ਤੇਰੇ ਖੂਨ ਦੇ ਨਾਲ ਧੁਲਿਆ ਹਾਂ ਮੈਂ, ਪਰ ਤੇਰੀ ਹਜ਼ੂਰੀ ਨੂੰ ਛੱਡ ਕੇ ਮੈਂ ਦੂਰ ਚਲ ਗਿਆ ਹਾਂ। ਮੈਂ ਦੁਨੀਆਦਾਰੀ ਵਿੱਚ ਚਲ ਗਿਆ ਹਾਂ। ਦੁਨੀਆਚਾਰੀ ਦੇ ਸਾਰੀ ਐਸ਼ੋ ਆਰਾਮ ਸਾਰੇ ਮੈंने ਪਾਏ। ਮੈਂ ਤੈਨੂੰ ਛੱਡ ਕੇ, ਤੇਰੇ ਵਚਨਾਂ ਨੂੰ ਛੱਡ ਕੇ ਤੇਰੇ ਤੋਂ ਦੂਰ ਹੋ ਗਿਆ ਹਾਂ। ਮੈਨੂੰ क्षमा ਕਰ ਦੇ, ਆਪਣੇ ਖੂਨ ਤੇ ਧੋ ਕੇ ਫਿਰ ਤੋਂ ਮੈਨੂੰ ਪਵਿੱਤਰ ਕਰ ਦਿਓ। ਜਦੋਂ ਇਹ ਪ੍ਰਾਰਥਨਾ ਤੁਸੀਂ ਕਰੋਗੇ ਤਾਂ ਪਿਤਾ ਤੁਹਾਨੂੰ क्षमा ਕਰੂਗਾ ਔਰ ਦੁਬਾਰਾ ਕਦੀ ਵੀ ਯਾਦ ਨਹੀਂ ਕਰੂਗਾ। ਪਰਮੇਸ਼ਵਰ ਇਸ ਵਚਨ ਦੇ ਨਾਲ ਸਾਨੂੰ ਆਸ਼ੀਸ਼ ਕਰੇ। ਪਰਮੇਸ਼ਵਰ ਇਸ ਵਚਨ ਦੇ ਨਾਲ ਜਿਸ ਤਰ੍ਹਾਂ ਪਿਤਾ ਸਾਰਿਆਂ ਨੂੰ क्षमा ਕਰਦਾ ਵਾ, ਸਾਨੂੰ ਵੀ क्षमा ਕਰਨ ਦਾ ਸੁਭਾਅ ਦੇ। ਪਰਮੇਸ਼ਵਰ ਇਸ ਵਚਨ ਦੇ ਨਾਲ ਸਾਨੂੰ ਜਿਸ ਤਰ੍ਹਾਂ ਅਸੀਂ ਗਲਤੀ ਕਰਕੇ ਮੰਨ ਲੈਂਦੇ ਹਾਂ ਤਾਂ ਉਹਨੂੰ क्षमा ਵੀ ਕਰ ਦਿੰਦਾ ਵਾਗਾ। ਅਸੀਂ ਵੀ ਉਹ ਗਲਤੀ ਨੂੰ ਯਾਦ ਨਾ ਕਰਕੇ ਪਿਤਾ ਵਾਂਗੂ ਭੁੱਲਣ ਦਾ ਸੁਭਾਅ ਸਾਨੂੰ ਵੀ ਦੇ ਵਚਨ ਤੋਂ ਨਾਲ। ਪਰਮੇਸ਼ਵਰ ਇਸ ਵਚਨ ਦੇ ਨਾਲ ਤੁਹਾਡੀ ਔਰ ਮੇਰੀ ਫੈਮਿਲੀ ਨੂੰ ਸਾਰਿਆਂ ਨੂੰ ਆਸ਼ੀਸ਼ ਕਰੇ। ਗॉड ब्लेस यू ऑल।